सत श्री अकाल, स्वागत है। गौरव शुक्ला मैं हां तुहाडे नाल इस खास पेशकश नूं लैके हाज़र हां। गल होवेगी सिस्टम दी, खाद दी, पराली दी। जी हां, सिस्टम साडा अजिहा किते ना किते बन चुक्या है कि उसनूं ही खुद खाद दी जरूरत है, ताकि वह घट्टो घट्ट इस तरीके नाल सोच सके कि लोकां नूं दिक्कत ना होवे, किल्लत ना होवे। एक पासे पंजाब दे विच किसानां नूं डीएपी खाद दी किल्लत दे नाल जूझना पै रिहा है, तां दूजे पासे पराली दे मसले सामने आ रहे हैं कि उन्हां नूं अग लगाई जा रही है। सिस्टम की अपनी कहानी है कार्रवाई वाली, पर दूजे पासे किसानां दा अपना दर्द है, जिस दे विचों बयान करते हैं कि पराली नूं अग तां ना लगाइए, पर दस दो फिर करना की है, मजबूरी है। अज दोवें अहम मुद्दों के उत्ते गल करांगे, गल खाद दी भी करांगे ते गल पराली दी भी। शुरुआत करन जा रहे हैं सब तो पहला गल खाद दी। डीएपी खाद की किल्लत जारी है। पंजाब च, हरियाणा च किसान डीएपी खाद की कमी की वजह दे नाल परेशान ने। लंबियां लंबियां कतारां लगियां हुई ने, सिस्टम पूरी तरह फेल नजर आता है। पंजाब के खेतीबाड़ी मंत्री भी डीएपी खाद की कमी नूं लैके चिंतित ने ते काला बाजारी नूं जिम्मेवार दस रहे हैं। डीएपी खाद की कमी नूं पूरा करने लई पंजाब सरकार ने दिल्ली दे विच टीम बनाई है। डीएपी खाद की किल्लत का वड्डा कारण कौमांतरी बाजार दे विच इस दी वधी कीमत अते क्वालिटी नूं भी दस्सिया जा रहा है। ये 5 तस्वीरां तुहाडे सामने। सवाल जरूर खड़े होंदे ने कि ये लंबियां कतारां जो लगियां हुई ने, इन्हां नूं किसानां नूं कदों डीएपी खाद जो जरूरत है उन्हां दी कणक की बिजाई दे लई मिलेगी, ये कदों डीएपी खाद। डीएपी खाद की सप्लाई नाल किसानां दे विच हाहाकार मची है। कणक की फसल बीजण का समा नेड़े आ रहा है, पर किसानां नूं खाद नहीं मिल रही। उधर सरकार ने डीएपी की कालाबाजारी करने वालियां खिलाफ एफआईआर दर्ज करने के हुक्म भी दे दिते ने। केंद्र दे नाल तालमेल नूं लैके भी वड्डा फैसला लिया गया। मुक्तसर साहिब ਦੇ ਵਿੱਚ ਲਾਈਨਾਂ ਸਵੇਰੇ 5 ਵਜੇ ਤੋਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਕਿਸਾਨ ਡੀਏਪੀ ਖਾਦ ਨੂੰ ਲੈ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖਾਈ ਦਿੰਦੇ ਨੇ। ਪਰ ਸ਼ਾਮ ਹੁੰਦੇ ਹੁੰਦੇ ਕੁਝ ਹੀ ਖੁਸ਼ਨਸੀਬ ਕਿਸਾਨਾਂ ਦੇ ਹੱਥ ਡੀਏਪੀ ਖਾਦ ਦੀਆਂ ਬੋਰੀਆਂ ਆਉਂਦੀਆਂ ਨੇ। ਕਈ ਕਿਸਾਨ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਦੇ ਵਿੱਚ ਲੱਗੇ ਖਾਲੀ ਹੱਥ ਪਿੰਡਾਂ ਨੂੰ ਮੁੜਦੇ ਨੇ। ਜਦੋਂ ਪਿੰਡਾਂ ਦੇ ਵਿੱਚ ਡੀਏਪੀ ਖਾਦ ਨਹੀਂ ਮਿਲਦੀ ਤਾਂ ਕਿਸਾਨ ਸ਼ਹਿਰਾਂ ਦਾ ਰੁਖ ਕਰਦੇ ਨੇ, ਪਰ ਇੱਥੋਂ ਵੀ ਜ਼ਿਆਦਾਤਰ ਕਿਸਾਨਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਕਿਸਾਨਾਂ ਨੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਦੇ ਵੀ ਹੱਥ ਖੜੇ ਨੇ। 4-5 दिन हो गए, सुबह निकलते हैं 7 बजे, 11 बजे रात ਨੂੰ ਵੜਦੇ ਆ। ਕਿਸੇ ਨੂੰ ਕੋਈ 2 ਗੱਟੇ ਮਿਲਦੇ, ਕਿਸੇ ਨੂੰ 3 ਗੱਟੇ ਮਿਲਦੇ ਆ। ਇੱਥੇ ਖੜੇ ਨੂੰ ਘੱਟੋ ਘੱਟ 3 ਘੰਟੇ ਹੋ ਗਏ ਜੀ ਖੜੇ ਨੂੰ। ਅਜੇ ਕੁਝ ਨਹੀਂ ਗਿਆ, ਦੁਕਾਨ ਨੂੰ ਲੋਕ ਲੱਗਿਆ ਜੀ। ਜਦੋਂ ਆਊਗਾ ਦੁਕਾਨਦਾਰ ਵੇਖੀ ਜਾਊਗੀ ਜੀ। ਕੱਲ ਆਏ ਸੀ, ਸਾਨੂੰ ਸਾਰੇ ਸ਼ਾਮ ਤੇ ਮਿਲ ਜੂਗੀ ਸੀ ਉਹਨੂੰ ਰੇ। ਕੱਲ ਵੀ ਨਹੀਂ ਮਿਲੀ, ਹੁਣ ਧੱਕ ਆ ਕੇ ਦੁਕਾਨ ਨਹੀਂ ਖੋਲੀ ਜਾਂਦੇ। ਤੀਜਾ ਦਿਨ ਹੋ ਗਿਆ ਜੀ। ਸੁਬਾਹ ਦੇ ਆਏ ਜੀ 5 ਵਜੇ ਦੇ। ਨਹੀਂ ਜੀ ਹਜੇ ਤੱਕ ਕੋਈ ਦੁਕਾਨ ਨਹੀਂ ਖੋਲੀ, ਬਸ ਲਾਰਾ ਲਾਈ ਜਾਂਦੇ ਵੀ ਆਉਂਦੀ ਆਉਂਦੀ। ਲਿਓਆਂ ਦੇ ਰੇ ਆਊਗੀ, ਅਸੀਂ ਤੋਂ ਵੰਡਾਂਗੇ ਫਿਰ ਦੇਵਾਂਗੇ। ਇਹ ਨਹੀਂ ਪਤਾ ਜੀ ਕਿੰਨੀ ਦੇਣਗੇ ਕਿੰਨੀ। ਨਹੀਂ ਬ੍ਰਦਰ, ਸਾਨੂੰ ਤਾਂ ਸਿਰਫ ਇੰਨਾ ਹੀ ਕਿਹਾ ਹੈਗਾ ਜੀ ਇਹ ਸੁਸਾਇਟੀਆਂ ਦੀ ਡੀਏਪੀ ਆ ਤੇ ਉਹ ਕੱਟੀ ਗਈ ਹੈ ਤੇ ਉਹਨਾਂ ਦੇ ਵਿੱਚ ਜਾਣੀ ਹੈ ਜੀ। ਅੱਜ ਚੌਥਾ ਦਿਨ ਹੋ ਗਿਆ ਜੀ। ਚੌਥਾ ਦਿਨ ਹੋ ਗਿਆ, 3 ਦਿਨ ਹੋ ਗਏ ਖਾਲੀ ਮੁੜਦੇ ਪਏ ਹੋ। ਖਾਲੀ ਮੁੜਦੇ ਜਮਾ ਇੱਕ ਗੱਟਾ ਵੀ ਨਹੀਂ ਮਿਲਿਆ। ਮਾਨਸਾ ਦੇ ਵਿੱਚ ਵੀ ਹਾਲਾਤ ਚੰਗੇ ਨਹੀਂ। ਕਿਸਾਨ ਡੀਏਪੀ ਲੈਣ ਦੇ ਲਈ ਰੇਲਵੇ ਟਰੈਕ ਤੇ ਪਹੁੰਚ ਗਏ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਕਿ ਡੀਏਪੀ ਖਾਦ ਦਾ ਮਾਨਸਾ ਜ਼ਿਲ੍ਹੇ ਦੇ ਰੈਕ ਵਿੱਚੋਂ ਇੱਕ ਵੀ ਦਾਣਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ 16,000 ਗੱਟਾ ਬਰਨਾਲਾ ਜ਼ਿਲ੍ਹੇ ਨੂੰ ਜਾ ਰਿਹਾ ਹੈ, ਜਿਸ ਦੇ ਲਈ ਪਹਿਲਾਂ ਹੀ ਸਰਕਾਰ ਦੇ ਵੱਲੋਂ ਤੈਅ ਕੀਤਾ ਗਿਆ ਹੈ। ਪਰੇਸ਼ਾਨ ਕਰਨ ਵਾਲੀਆਂ ਸਰਕਾਰ ਨੇ ਡੀਏਪੀ ਦਾ ਇੰਤਜ਼ਾਮ ਨਹੀਂ ਕਰਕੇ, ਇਸ ਕਰਕੇ ਸਰਕਾਰ ਅੱਜ ਇਕੱਠੇ ਹੋਏ ਨੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਡੀਏਪੀ ਜਾਣੀ ਚਾਹੀਦੀ ਹੈ। ਡੀਏਪੀ ਹੈਗੀ ਇਹਨਾਂ ਦੀ ਚੋਰ ਬਾਜ਼ਾਰੀ ਜ਼ੋਰ ਹੱਤੀ ਹੈ। 2-2 ਹਜ਼ਾਰ ਦੀ ਗੱਟ ਇਹਨਾਂ ਨੂੰ ਕਿਸਾਨਾਂ ਨੂੰ ਡੀਏਪੀ ਦਾ ਦੇ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਕਾਲਾਬਾਜ਼ਾਰੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਅਧਿਕਾਰੀਆਂ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਕਾਕਾ ਰਣਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲੋਂ 42 ਰੈਕ ਮੰਗੇ ਗਏ ਨੇ। 35 ਰੈਕ 30 ਨਵੰਬਰ ਤੱਕ ਪੰਜਾਬ ਪਹੁੰਚ ਜਾਣਗੇ। ਹੁਣ ਤੱਕ 9 ਰੈਕ ਪਹੁੰਚ ਚੁੱਕੇ ਨੇ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰ ਦੇ ਨਾਲ ਬਿਹਤਰ ਤਾਲਮੇਲ ਬਣਾਉਣ ਦੇ ਲਈ ਖੇਤੀਬਾੜੀ ਮਹਿਕਮੇ ਦੀ ਇੱਕ ਟੀਮ ਦਿੱਲੀ ਵਿੱਚ ਰਹੇਗੀ। ਇਸ ਨੂੰ ਅਸੀਂ ਸਖਤ ਕਾਰਵਾਈ ਕਰਨ ਕਈ ਥਾਂ ਤੇ ਹੋਈਆਂ ਵੀ ਹਨਗੀਆਂ, ਕਈ ਤੇ ਕੇਸ ਵੀ ਰਜਿਸਟਰ ਕੀਤੇ ਗਏ, ਕਈ ਥਾਂ ਤੇ ਸਮਗਲਿੰਗ ਵੀ ਸਟੇਟ 'ਚ ਹੋ ਰਹੀ ਹੈ, ਉਹਨਾਂ ਤੇ ਵੀ ਕਾਰਵਾਈਆਂ ਕੀਤੀਆਂ ਗਈਆਂ।
ਡੀਏਪੀ ਖਾਦ ਦੀ ਕਮੀ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਵਧੀ ਕੀਮਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਕੁਆਲਿਟੀ ਨੂੰ ਲੈ ਕੇ ਵੀ ਖਾਦ ਦੀ ਮਾਰਾਮਾਰੀ ਵੇਖੀ ਜਾ ਰਹੀ ਹੈ, ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਕਿਉਂਕਿ 15 ਨਵੰਬਰ ਤੱਕ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਕਣਕ ਦੀ ਬਿਜਾਈ ਕੀਤੀ ਜਾਵੇ, ਪਰ ਸਰਕਾਰ 30 ਨਵੰਬਰ ਤੱਕ 70% ਡੀਏਪੀ ਖਾਦ ਦੀ ਕਮੀ ਨੂੰ ਪੂਰਾ ਕਰ ਸਕੇਗੀ। ਅਜਿਹੇ ਵਿੱਚ ਕਣਕ ਦੀ ਬਿਜਾਈ ਵਿੱਚ ਦੇਰੀ ਹੋਣ ਦੇ ਨਾਲ ਝਾੜ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਮੁਕਤਸਰ ਤੋਂ ਅਸ਼ਫਾਕ ਢੁੱਡੀ ਦੇ ਨਾਲ ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18। ਸਰਕਾਰ ਬੇਸ਼ੱਕ ਡੀਏਪੀ ਖਾਦ ਦੀ ਕਮੀ ਦੇ ਲਈ ਕਾਲਾਬਾਜ਼ਾਰੀ ਨੂੰ ਜ਼ਿੰਮੇਵਾਰ ਦੱਸ ਰਹੀ ਹੈ, ਪਰ ਅੰਕੜੇ ਕੁਝ ਹੋਰ ਹੀ ਗਵਾਹੀ ਭਰਦੇ ਨੇ। ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ 50% ਤੋਂ ਵੀ ਘੱਟ ਖਾਦ ਪਹੁੰਚੀ ਹੈ, ਜਿੰਨੀ ਡਿਮਾਂਡ ਹੈ ਸਪਲਾਈ 50% ਤੋਂ ਵੀ ਘੱਟ ਹੋਈ ਹੈ। ਪੰਜਾਬ ਦੇ ਵਿੱਚ ਡੀਏਪੀ ਖਾਦ ਦੀ ਕਮੀ ਦੇ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਕਈ ਜ਼ਿਲ੍ਹੇ ਅਜਿਹੇ ਨੇ ਜਿੱਥੇ 50% ਤੋਂ ਘੱਟ ਡੀਏਪੀ ਦੀ ਖਾਦ ਪਹੁੰਚੀ ਹੈ। ਖਾਦ ਦੀ ਕਮੀ ਦੇ ਲਈ ਸਿਰਫ ਘੱਟ ਸਪਲਾਈ ਹੀ ਜ਼ਿੰਮੇਵਾਰ ਨਹੀਂ, ਬਲਕਿ ਕਾਲਾਬਾਜ਼ਾਰੀ ਦਾ ਖੇਡ ਵੀ ਇਸ ਦੇ ਵਿੱਚ ਵੱਡਾ ਰੋਲ ਅਦਾ ਕਰ ਰਿਹਾ ਹੈ। ਕਪੂਰਥਲਾ ਦੇ ਵਿੱਚ 22,000 ਟਨ ਦੀ ਜ਼ਰੂਰਤ ਹੈ, ਜਦਕਿ ਖਾਦ ਦੀ ਸਪਲਾਈ ਸਿਰਫ 9400 ਟਨ ਹੀ ਹੋਈ। ਹੁਸ਼ਿਆਰਪੁਰ ਦੇ ਵਿੱਚ ਤਾਂ ਹੋਰ ਬੁਰਾ ਹਾਲ ਹੈ, ਡਿਮਾਂਡ 18,000 ਜਦਕਿ ਸਪਲਾਈ ਸਿਰਫ 5,000 ਹੀ ਹੈ। ਮੋਗਾ ਦੇ ਵਿੱਚ 28,000 ਡੀਏਪੀ ਖਾਦ ਦੀ ਮੰਗ ਹੈ, ਜਦਕਿ ਸਪਲਾਈ 17,236 ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 10,000 ਟਨ ਖਾਦ ਦੀ ਜ਼ਰੂਰਤ ਹੈ, ਸਪਲਾਈ 40% ਘੱਟ ਹੈ, ਯਾਨੀ ਸਿਰਫ 6,000 ਟਨ। ਫਾਜ਼ਿਲਕਾ ਦੇ ਵਿੱਚ ਸਪਲਾਈ ਡਿਮਾਂਡ ਤੋਂ 3 ਗੁਣਾ ਘੱਟ ਹੈ, ਇੱਥੇ 35,000 ਟਨ ਦੀ ਮੰਗ ਹੈ, ਜਦਕਿ ਸਪਲਾਈ ਸਿਰਫ 12,200। ਰੋਪੜ ਦੇ ਵਿੱਚ ਹਾਲਾਤ ਥੋੜੇ ਬਿਹਤਰ ਨੇ, 10,000 ਡੀਏਪੀ ਖਾਦ ਦੀ ਡਿਮਾਂਡ ਹੈ, ਜਦਕਿ ਮੌਜੂਦ ਹੈ 7,000 ਟਨ। ਨਵਾਂ ਸ਼ਹਿਰ 'ਚ 12,000 ਦੀ ਮੰਗ ਹੈ, ਸਪਲਾਈ ਅੱਧੀ ਤੋਂ ਘੱਟ ਸਿਰਫ 4,500 ਟਨ ਹੈ। ਗੁਰਦਾਸਪੁਰ ਦੇ ਵਿੱਚ 25,000 ਡੀਏਪੀ ਖਾਦ ਦੀ ਮੰਗ ਹੈ, ਜਦਕਿ ਸਪਲਾਈ 17,000 ਹੈ। ਲੁਧਿਆਣਾ ਦੇ ਵਿੱਚ ਹਾਲਾਤ ਸਭ ਤੋਂ ਚੰਗੇ ਨੇ, ਇੱਥੇ ਸਪਲਾਈ ਅਤੇ ਡਿਮਾਂਡ ਬਰਾਬਰ ਹੈ, ਯਾਨੀ ਕੋਈ ਕਿੱਲਤ ਨਹੀਂ। ਪੰਜਾਬ ਦੇ ਵਿੱਚ ਕਣਕ ਦੀ ਬਿਜਾਈ 15 ਨਵੰਬਰ ਅਤੇ 15 ਦਸੰਬਰ ਦੇ ਵਿਚਾਲੇ ਹੁੰਦੀ ਹੈ। ਮੌਸਮ ਦੇ ਹਿਸਾਬ ਨਾਲ ਡੀਏਪੀ ਖਾਦ ਦੀ ਕਮੀ ਦੀ ਵਜ੍ਹਾ ਕਰਕੇ ਜੇਕਰ ਕਣਕ ਦੀ ਬਿਜਾਈ ਪਛੜ ਗਈ ਤਾਂ ਇਸ ਦਾ ਅਸਰ ਝਾੜ ਦੇ ਉੱਤੇ ਵੇਖਣ ਨੂੰ ਮਿਲ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪਰਾਲੀ ਦੀ। ਝੋਨੇ ਤੋਂ ਬਾਅਦ ਪਰਾਲੀ ਬਹੁਤ ਹੀ ਗੰਭੀਰ ਮਸਲਾ ਬਣਿਆ ਹੋਇਆ। ਕਿਸਾਨ ਪਰੇਸ਼ਾਨ ਨੇ, ਪਰਾਲੀ ਦਾ ਹੱਲ ਨਾ ਹੋਣ ਕਾਰਨ ਪਰਾਲੀ ਨੂੰ ਅੱਗ ਲਗਾ ਰਹੇ ਨੇ, ਪ੍ਰਦੂਸ਼ਣ ਵੱਧ ਰਿਹਾ ਹੈ। ਅਜਿਹੇ 'ਚ ਅੰਬਾਲੇ ਤੋਂ ਵੀ ਖਬਰ ਸਾਹਮਣੇ ਆਈ, ਜਿੱਥੇ ਇਸ ਵਾਰ 80% ਪਰਾਲੀ ਨਹੀਂ ਸਾੜੀ ਗਈ। ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦਾ ਮੁੱਦਾ ਹਰ ਸਾਲ ਵੱਡਾ ਮੁੱਦਾ ਹੁੰਦਾ ਹੈ, ਇਸ ਵਾਰ ਵੀ ਵੱਡਾ ਗੰਭੀਰ ਮਸਲਾ ਬਣਿਆ ਹੋਇਆ ਹੈ। ਪੰਜਾਬ ਅੰਦਰ 9 ਨਵੰਬਰ ਦੇ ਪਰਾਲੀ ਸਾੜਨ ਦੇ ਮਾਮਲੇ ਹੈਰਾਨ ਕਰ ਦੇਣ ਵਾਲੇ ਨੇ। ਇੱਕ ਦਿਨ ਦੇ ਵਿੱਚ ਕਰੀਬ 4500 ਥਾਵਾਂ ਦੇ ਉੱਤੇ 5000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਪਰਾਲੀ ਨੂੰ ਅੱਗ ਲਗਾਉਣ ਦੇ। ਹਰਿਆਣਾ ਦੇ ਵਿੱਚ ਵੀ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਗਏ ਨੇ। ਝੋਨੇ ਦੀ ਕਟਾਈ ਤੋਂ ਬਾਅਦ ਇੱਕ ਮੁੱਦਾ ਹਰ ਸਾਲ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਜੋ ਲੋਕਾਂ ਨੂੰ, ਕਿਸਾਨਾਂ ਨੂੰ ਤੇ ਸਮੇਂ ਦੀਆਂ ਸਰਕਾਰਾਂ ਨੂੰ ਪਰੇਸ਼ਾਨ ਵੀ ਕਰਦਾ ਹੈ। ਉਹ ਮੁੱਦਾ ਹੈ ਪਰਾਲੀ ਦਾ, ਪਰਾਲੀ ਨੂੰ ਅੱਗ ਲਗਾਉਣ ਦਾ। ਕਿਸਾਨ ਮਜਬੂਰੀ ਦੱਸਦੇ ਨੇ ਤੇ ਪ੍ਰਸ਼ਾਸਨ ਕਿਸਾਨਾਂ ਤੇ ਕੇਸ ਦਰਜ ਕਰ ਦਿੰਦਾ ਹੈ, ਪਰ ਕਿਸਾਨ ਕਹਿੰਦੇ ਨੇ ਕਿ ਪਰਾਲੀ ਅਸੀਂ ਸ਼ੌਂਕ ਦੇ ਲਈ ਨਹੀਂ, ਮਜਬੂਰੀ ਕਰਕੇ ਚਲਾਉਂਦੇ ਹਾਂ। ਪੀਜੀਆਈ ਸੈਟੇਲਾਈਟ ਮੈਪਿੰਗ ਦੇ ਅੰਕੜਿਆਂ ਮੁਤਾਬਕ 9 ਨਵੰਬਰ ਨੂੰ ਹੀ ਪੰਜਾਬ ਅੰਦਰ ਪਰਾਲੀ ਸਾੜਨ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਤੇ ਤਕਰੀਬਨ 4500 ਥਾਵਾਂ ਤੇ 5079 ਕੇਸ ਦਰਜ ਹੋਏ। ਇਸ ਵਾਰ ਦੇ ਸੀਜ਼ਨ ਦੇ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਇਹ ਸਾਹਮਣੇ ਆਏ ਨੇ। ਇਕੱਲੇ ਦੱਖਣੀ ਮਾਲਵਾ ਦੇ ਵਿੱਚ 45% ਕੇਸ ਦਰਜ ਹੋਏ ਨੇ। ਦੱਖਣੀ ਮਾਲਵਾ 'ਚ ਹੁਣ ਤੱਕ 19,383 ਮਾਮਲੇ ਸਾਹਮਣੇ ਆ ਚੁੱਕੇ ਨੇ। 9 ਨਵੰਬਰ ਨੂੰ ਦੱਖਣੀ ਮਾਲਵੇ ਦੇ ਵਿੱਚੋਂ 2276 ਕੇਸ ਸਾਹਮਣੇ ਆਏ। ਪਰਾਲੀ ਸਾੜਨ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਖਤਰੇ ਦੇ ਪੱਧਰ ਤੱਕ ਪ੍ਰਦੂਸ਼ਣ ਪਹੁੰਚ ਗਿਆ। ਹੁਣ ਤੱਕ 47,409 ਕੇਸ ਸਾਹਮਣੇ ਆ ਚੁੱਕੇ ਨੇ। ਇਹ ਅੰਕੜੇ ਪੰਜਾਬ ਦੇ ਨੇ। ਗੁਆਂਢੀ ਸੂਬੇ ਹਰਿਆਣੇ ਦਾ ਵੀ ਅਜਿਹਾ ਹੀ ਹਾਲ ਹੈ। ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦੇ ਵਿੱਚ ਵੱਡੀ ਮਾਤਰਾ 'ਚ ਇਜ਼ਾਫਾ ਹੋਇਆ ਹੈ, ਹਵਾ ਗੰਦਲੀ ਹੋਈ ਹੈ ਤੇ ਸਿਰਸਾ 'ਚ ਪਰਾਲੀ ਸਾੜਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ है, चलान भी कटे गए। सिरसा डिस्ट्रिक्ट में अब तक 117 स्टेबल बर्निंग के केस आए हुए हैं, जिसमें से हमने
55 पे अभी तक फाइन कर दिया, 1,42,000 रुपये, और 4 अंडर प्रोसेस हैं, उनको आइडेंटिफाई कर लेंगे। और 58 ऐसे हैं जो आइडेंटिफाइड नहीं हुआ, जहाँ आगजनी नहीं हुई है। इसके अलावा जो आईसी एक्टिविटी के तहत बात करें तो हमारी, जैसे हमने पिछले 1 महीने से 4 वैन चलाई हुई हैं जो अलग अलग ब्लॉक वाइज हर रोज़ गांव में जारी है, किसानों को जागरूक कर रही है। इसके अलावा हमारे जो कैंप भी लगे हैं हर गांव में, रेड और येलो जोन में 2-2 बार हमने कवर कर लिया है। और विलेज लेवल पे बहुत किसानों का अब की बार रुझान इस ओर बढ़ा भी है। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਨਵੰਬਰ ਦੇ ਵਿੱਚ ਪਰਾਲੀ ਸਾੜਨ ਦੇ 15,537 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ 72% ਕੇਸ 1 ਤੋਂ 9 ਨਵੰਬਰ ਤੱਕ ਸਾਹਮਣੇ ਆਏ ਤੇ ਕਿਸਾਨ ਪਰਾਲੀ ਸਾੜ ਰਹੇ ਨੇ ਤੇ ਪ੍ਰਸ਼ਾਸਨ ਨੂੰ ਪਰਾਲੀ ਦਾ ਹੱਲ ਕਰਨ ਦੇ ਲਈ ਕਹਿ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੇ ਪਰਾਲੀ ਦਾ ਕੋਈ ਹੱਲ ਨਹੀਂ ਕਰਦੀ ਤਾਂ ਉਹਨਾਂ ਦੇ ਕੋਲ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਕੋਈ ਹੋਰ ਹੱਲ ਨਹੀਂ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਫਤਿਹਗੜ੍ਹ ਸਾਹਿਬ, ਬਠਿੰਡਾ ਤੇ ਮੋਗਾ ਦੇ ਵਿੱਚ ਵੀ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਕਿਸਾਨ ਪਰਾਲੀ ਸਾੜ ਰਹੇ ਨੇ, ਪ੍ਰਸ਼ਾਸਨ ਨੂੰ ਕੋਸ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਰਾਲੀ ਦਾ ਹੱਲ ਪ੍ਰਸ਼ਾਸਨ ਕਰ ਦੇਵੇ ਤਾਂ ਫਿਰ ਅੱਗ ਨਹੀਂ ਲਗਾਵਾਂਗੇ। ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਲਗਾਤਾਰ ਕਿਸਾਨ ਪਰਾਲੀ ਸਾੜ ਰਹੇ ਨੇ ਤੇ ਪ੍ਰਦੂਸ਼ਣ ਦਾ ਲੈਵਲ ਵੱਧ ਰਿਹਾ ਹੈ। ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਦੀਆਂ ਨੇ। ਕਿਸਾਨ ਪਰਾਲੀ ਸਾੜਨ ਨੂੰ ਮਜਬੂਰੀ ਦੱਸਦੇ ਨੇ। ਮੋਗਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਪਰਾਲੀ ਨੂੰ ਟਿਕਾਣੇ ਲਗਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਉਹ ਪਰਾਲੀ ਸਾੜਨ ਦੇ ਲਈ ਮਜਬੂਰ ਨੇ। ਤਾਂ ਮੋਗਾ ਦੇ ਵਿੱਚ ਵੀ ਪਿਛਲੇ ਦਿਨੀ ਜਿਹੜਾ 10 ਸੁਸਾਇਟੀਆਂ ਨੂੰ ਜਿਹੜਾ ਬੇਲਰ ਦਿੱਤੇ ਗਏ ਸੀ, ਲੇਕਿਨ ਕਿਸਾਨਾਂ ਦੀ ਫਿਰ ਵੀ ਮਜਬੂਰੀ ਬਣੀ ਹੋਈ ਹੈ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ। ਪੋਲਿਊਸ਼ਨ ਵੀ ਹੋ ਰਿਹਾ, ਤੁਸੀਂ ਦੇਖ ਸਕਦੇ ਹੋ। ਅਸੀਂ ਇੱਕ ਖੇਤ 'ਚ ਖੜੇ ਹਾਂ ਔਰ ਖੇਤ ਸੜਿਆ ਨਜ਼ਰ ਆ ਰਿਹਾ, ਕਿਉਂਕਿ ਦੁਪਹਿਰ ਤੋਂ ਬਾਅਦ ਹੈ ਜਿਹੜੀ ਮੋਗਾ ਜ਼ਿਲ੍ਹਾ ਦੇ ਖੇਤਾਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਔਰ ਕਿਸਾਨ ਉਸ ਨੂੰ ਆਪਣੀ ਮਜਬੂਰੀ ਦੱਸ ਰਹੇ ਹੈ, ਕਿਉਂਕਿ ਸਾਫ਼ ਤੌਰ 'ਤੇ ਉਹਨਾਂ ਦਾ ਕਹਿਣਾ ਇੱਕ ਤਾਂ ਡੀਜ਼ਲ ਮਹਿੰਗਾ ਹੋ ਚੁੱਕਾ ਹੈ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਸਬਸਿਡੀ ਵਾਲੀ ਮਸ਼ੀਨਾਂ ਦੀ, ਤੇ ਉਹਨਾਂ ਬੇਲਰਾਂ ਨੂੰ ਵੀ ਖਿੱਚਣ ਲਈ ਵੱਡੇ ਟਰੈਕਟਰ ਚਾਹੀਦੇ ਆ, ਜਿਹੜੇ ਕਿ ਛੋਟੇ ਕਿਸਾਨਾਂ ਕੋਲ ਟਰੈਕਟਰ ਨਹੀਂ ਹੁੰਦੇ। ਇਸ ਤਰ੍ਹਾਂ ਦੀਆਂ ਕਈ ਮਜਬੂਰੀਆਂ, ਲੇਕਿਨ ਸਰਕਾਰ ਆਪਣਾ ਤਰਕ ਦੇ ਰਹੀ ਹੈ ਔਰ किसान अपनी मजबूरी दस रहे हैं। मजबूरी डीजल बहुत महंगा ही, डीजल 100 रुपए तो उपर आई ਜਿਹੜਾ ਅਸੀਂ ਭਰਾ ਕੇ ਰੱਖਿਆ ਹੋਇਆ। ਪਰ ਸਾਡੀ ਸਮੱਸਿਆ ਇਹੀ ਹੈ, ਜਿਹੜੇ ਹੁਣ ਬੇਲਰ ਵੀ ਚੱਕ ਕੇ ਪੰਡਾ ਬੰਨ੍ਹ ਕੇ ਲੈ ਜਾਂਦੇ, ਬਾਅਦ ਵਿੱਚ ਚੱਕਰ ਨਹੀਂ ਆਉਂਦੀ। ਬਠਿੰਡਾ 'ਚ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਵਧਿਆ। ਕਿਸਾਨ ਪਰਾਲੀ ਸਾੜ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਮਜਬੂਰ ਹਾਂ, ਕੋਈ ਹੋਰ ਹੱਲ ਨਹੀਂ। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਪੋਲਿਊਸ਼ਨ ਦਾ ਸਤਰ ਵੱਧਦਾ ਜਾ ਰਿਹਾ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਤੇ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ। ਪਰ ਇਸ ਦੇ ਪਿੱਛੇ ਵਜ੍ਹਾ ਕਿਸਾਨ ਨੂੰ ਦੱਸਿਆ ਜਾ ਰਿਹਾ, ਪਰ ਕਿਸਾਨ ਕੋਈ ਹੋਰ ਤਰਕ ਦੇ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਸਿਰਫ ਕਿਸਾਨ ਪੋਲਿਊਸ਼ਨ ਦੇ ਲਈ ਜ਼ਿੰਮੇਵਾਰ ਨਹੀਂ ਹੈ। ਪਰ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਬਠਿੰਡਾ ਦੀਆਂ ਕਿ ਬਠਿੰਡਾ ਦੇ ਵਿੱਚ ਕਿਸ ਤਰ੍ਹਾਂ ਖੇਤ ਨੇ ਉਹ ਸੜੇ ਹੋਏ ਨਜ਼ਰ ਆ ਰਹੇ ਨੇ। ਪਰਾਲੀ ਦੀ ਜਿਹੜੀ ਵੇਸਟੇਜ ਆ ਉਹਨਾਂ ਨੂੰ ਕਿਸਾਨਾਂ ਨੇ ਅੱਗ ਲਾਈ ਹੋਈ ਆ। ਪਰ ਕਿਸਾਨ ਇਸ ਦੇ ਪਿੱਛੇ ਤਰਕ ਦੇ ਰਹੇ ਨੇ ਕਿ ਸਰਕਾਰ ਕਿਸਾਨ ਦੀ ਕੋਈ ਮਦਦ ਨਹੀਂ ਕਰ ਰਹੀ, ਨਾ ਤਾਂ ਸਰਕਾਰ ਉਹਨਾਂ ਨੂੰ ਬਣਦਾ ਮੁਆਵਜ਼ਾ ਦੇ ਰਹੀ ਹੈ ਤੇ ਨਾ ਹੀ ਉਸ ਤਰ੍ਹਾਂ ਦੇ ਸੰਦ ਕੋਈ ਮੁਹੱਈਆ ਕਰਾਏ ਜਾ ਰਹੇ ਨੇ ਜਾਨ ਜੋ ਕਿਸਾਨ ਇਸ ਵੇਸਟੇਜ ਨੂੰ ਅੱਗ ਨਾ ਲਾਵੇ। ਕਿਤੇ ਨਾ ਕਿਤੇ ਕਿਸਾਨ ਦੋ ਚਿੱਤੀ 'ਚ ਨੇ, ਇੱਕ ਪਾਸੇ ਸਰਕਾਰਾਂ ਕਿਸਾਨਾਂ ਦੇ ਖਿਲਾਫ ਕਾਰਵਾਈ ਕਰਦੀਆਂ ਤੇ ਦੂਸਰੇ ਪਾਸੇ ਕਿਸਾਨ ਫਿਰ ਵੀ ਮਜਬੂਰੀ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਵੇਸਟੇਜ ਨੂੰ ਅੱਗ ਲਾ ਰਹੇ ਨੇ। ਉਧਰ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸਾਨਾਂ ਦਾ ਤਰਕ ਹੈ ਕਿ ਪਰਾਲੀ ਦਾ ਉੱਪਰਲਾ ਹਿੱਸਾ ਤਾਂ ਉਹ ਵੇਚ ਦਿੰਦੇ ਨੇ, ਜ਼ਮੀਨ ਦੇ ਵਿੱਚ ਜੋ ਹਿੱਸਾ ਬਚਦਾ ਹੈ ਉਸ ਨੂੰ ਸਾੜਨਾ ਉਹਨਾਂ ਦੀ ਮਜਬੂਰੀ ਹੈ। और हम इस वक्त मौजूद हैं पंजाब के फतेहगढ़ साहिब में। तो फतेहगढ़ साहिब की मैं तस्वीरें दिखाऊँ कि शाम के समय पंजाब में यही नज़ारा होता है। तो आप मेरे पीछे देख सकते हैं कि फतेहगढ़ साहिब में जो है वो आप देखिए कि किस तरह से जो है वो खेतों में जो है वो शाम के समय जो है आग लगाई जा रही है। और आप देखें कि ये धुआं है वो लगातार जो है वो बढ़ता जा रहा है और ये धुआं कहीं ना कहीं जो है वो इंसानों को जो है वो इंसानी ज़िंदगी को जो है वो ख़तरा महसूस इससे हो रहा है। और हवा में जो है वो जो ये घुल मिल जाता है, उसके बाद होता क्या है कि इंसान जब सांस लेते हैं तो उसको सांस लेने में दिक्कत आती है और आंखों में जलन होती है। और
ये तो कुछ दिनों के बाद जो है वो बीमारियां भी जो है इंसानों को जो है इससे लगती हैं। और अगर हम बात करें पंजाब की, तो पंजाब में जो है इस वक्त जो है लगभग, जो अगर पिछले दिन की बात करें तो 4,486 घटनाएं जो हैं वो पंजाब में पराली जलाने की सामने आई है, और हरियाणा में 217। तो कहीं ना कहीं अब देखा यह गया है कि पंजाब हरियाणा के मुकाबले पंजाब में ज़्यादा पराली इस बार जलाई गई है। ਪਰਾਲੀ ਨੂੰ ਲੈ ਕੇ ਹਰ ਵਾਰ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੁੰਦੇ ਨੇ। ਕਿਸਾਨ ਪ੍ਰਸ਼ਾਸਨ ਨੂੰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਦੇ ਰਹਿੰਦੇ ਨੇ, ਪਰ ਇਸ ਮਸਲੇ ਦਾ ਹੱਲ ਅਜੇ ਤੱਕ ਨਹੀਂ ਨਿਕਲਿਆ। ਮੋਗਾ ਤੋਂ ਦੀਪਕ, ਬਠਿੰਡਾ ਤੋਂ ਸੂਰਜਪਾਨ ਤੇ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਨਿਊਜ਼ 18 ਪੰਜਾਬ। ਪੰਜਾਬ ਭਰ ਤੋਂ ਪ੍ਰਦੂਸ਼ਣ ਦੀਆਂ ਖਬਰਾਂ ਦੇ ਵਿਚਾਲੇ ਫਿਰੋਜ਼ਪੁਰ ਤੋਂ ਇੱਕ ਚੰਗੀ ਖਬਰ ਵੀ ਆਈ, ਜਿੱਥੇ ਪਰਾਲੀ ਸਾੜਨ ਦੀ ਥਾਂ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜੋ ਬਾਕੀ ਕਿਸਾਨਾਂ ਦੇ ਲਈ ਵੀ ਮਿਸਾਲ ਹੈ। ਪੰਜਾਬ ਦੇ ਵਿੱਚ ਇਸ ਵਾਲੇ ਕਿਸਾਨ ਦੀ ਪਰਾਲੀ ਨੂੰ ਲੈ ਕੇ ਕਾਫੀ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਕੁਝ ਕਿਸਾਨ ਜਿਹੜੇ ਨੇ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਪਰਾਲੀ ਨੂੰ ਸਾੜ ਰਹੇ ਨੇ। ਪਰ ਜੇ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਦੀ, ਤੇ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਪਰਾਲੀ ਨਾਲ ਆਮ ਲੋਕਾਂ ਨੂੰ ਬਹੁਤ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਕਿਸਾਨਾਂ ਦੀ ਪਰਾਲੀ ਪੰਜਾਬ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਬਿਜਲੀ ਪੈਦਾ ਕਰ ਰਹੀ ਹੈ। ਅਸੀਂ ਫਿਰੋਜ਼ਪੁਰ ਦੇ ਇੱਕ ਪਲਾਂਟ ਤੇ ਪਹੁੰਚੇ ਹਾਂ, ਜਿੱਥੇ ਸੁਖਬੀਰ ਐਨਰਜੀ ਐਗਰੋ ਹੈ, ਔਰ ਜਿੱਥੇ ਕਿਸਾਨਾਂ ਦੀ ਪਰਾਲੀ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਜਿੱਥੇ ਪਿਛਲੇ ਦਿਨਾਂ ਕੋਲੇ ਦੀ ਸੰਕਟ ਸੀਗਾ, ਕੋਲੇ ਦੀ ਕਮੀ ਸੀ, ਉਦੋਂ ਬਿਜਲੀ ਦੀ ਕਮੀ ਸੀ, ਉਦੋਂ ਇਸੇ ਕਿਸਾਨਾਂ ਦੀ ਪਰਾਲੀ ਦੇ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਤੁਸੀਂ ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਇੱਥੇ ਕਿਸਾਨਾਂ ਦੀ ਜਿਹੜੀ ਪਰਾਲੀ ਹੈ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਹੈ, ਔਰ ਉਸ ਦੇ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਿਹੜੀ ਆਮ ਲੋਕਾਂ ਦੇ ਲਈ ਕਾਫੀ ਰਾਹਤ ਦਾ ਕੰਮ ਬਣੀ ਹੋਈ ਹੈ। ਜੇ ਗੱਲ ਕਰੀਏ ਤੇ ਇਹੀ ਜਿਹੜੀ ਪਰਾਲੀ ਹੈ ਹੋਰ ਜ਼ਿਲ੍ਹਿਆਂ ਦੇ ਵਿੱਚ ਸੜਨ ਦੇ ਕਾਰਨ, ਖੇਤਾਂ ਦੇ ਵਿੱਚ ਸੜਨ ਦੇ ਨਾਲ ਕਿਸਾਨਾਂ ਨੂੰ ਜਿੱਥੇ ਆਪਦੇ ਖੇਤਾਂ ਦੇ ਵਿੱਚ ਜਲਾਣੀ ਪੈ ਰਹੀ ਹੈ, ਉੱਥੇ ਹੀ ਇਸ ਦੇ ਨਾਲ ਕਾਫੀ ਪੋਲਿਊਸ਼ਨ ਹੋ ਰਿਹਾ ਹੈ, ਕਾਫੀ ਸਮੋਗ ਪੈਦਾ ਹੋ ਰਿਹਾ ਹੈ। ਬਿਜਲੀ ਪਲਾਂਟ ਲੱਗਣ ਤੋਂ ਬਾਅਦ ਕੀ ਫਾਇਦੇ ਹੋਏ ਆ ਲੋਕਾਂ ਨੂੰ? ਬਹੁਤ ਫਾਇਦਾ ਹੈ। ਕਿ ਕਿਸਾਨ ਹੁਣ ਪਰਾਲੀ ਜਿਹੜਾ ਸਾੜ ਰਹੇ ਨੇ ਖੇਤਾਂ ਦੇ ਵਿੱਚ, ਜਾਂ ਇੱਥੇ ਲੈ ਕੇ ਆ ਰਹੇ ਆ ਬਿਜਲੀ ਪੈਦਾ ਕਰ ਰਹੇ ਆ? ਇਹਦਾ ਬਹੁਤ ਫਾਇਦਾ ਜੀ, ਬਹੁਤ ਜ਼ਿਆਦਾ ਫਾਇਦਾ। ਜਿੰਨਾ ਕਹਿ ਦਈਏ ਉਨਾ ਹੀ। ਫਿਰ ਆ ਪਲਾਂਟ 'ਚ ਹੁਣ ਸਾਰਿਆਂ ਨੂੰ ਰੁਜ਼ਗਾਰ ਮਿਲਿਆ, ਇਹਦੇ ਵਿੱਚ ਮਜ਼ਦੂਰ ਟਰਾਲੀਆਂ ਟਰੈਕਟਰ ਭਰ ਕੇ ਆਉਂਦੇ ਆ, ਬਹੁਤ ਜ਼ਿਆਦਾ ਰੁਜ਼ਗਾਰ ਮਿਲਿਆ। ਫਿਰ ਸਾਨੂੰ ਮਿਲ ਆ ਜਿਹੜੀ ਜਦੋਂ ਮੰਗੀਏ ਟਾਈਮ ਸਿਰ ਪੈਸੇ ਦਿੰਦੀ ਆ, ਟਾਈਮ ਸਿਰ ਰੁਜ਼ਗਾਰ ਮਿਲਿਆ। ਘੱਟੋ ਘੱਟ ਮੇਰੇ ਖਿਆਲ ਦੇ ਵਿੱਚ 20 ਲੱਖ ਬੰਦਾ ਇੱਥੇ ਕੰਮ ਕਰਦਾ ਹੋਊਗਾ, ਕਿਸੇ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ। ਪੂਰੀ ਪ੍ਰਕਿਰਿਆ ਸਮਝਣਾ ਚਾਹਾਂਗੇ ਕਿ ਕਿਸ ਤਰ੍ਹਾਂ ਬਿਜਲੀ ਇਹ ਪੈਦਾ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਕਿਸਾਨਾਂ ਨੂੰ ਇਸ ਦੀ ਅਦਾਇਗੀ ਕੀਤੀ ਜਾਂਦੀ ਹੈ, ਕਿੰਨੀ ਜਿਹੜੀ ਮੈਗਾਵਾਟ ਯੂਨਿਟ ਬਿਜਲੀ ਇੱਥੇ ਪੈਦਾ ਕੀਤੀ ਜਾਂਦੀ ਹੈ। ਸਰ ਆ ਜਿਹੜਾ ਸੁਖਬੀਰ ਐਗਰੋ ਨੇ 18 ਮੈਗਾਵਾਟ ਦਾ ਪਲਾਂਟ ਲਾਇਆ ਹੈ, ਤੇ ਆ ਬੇਸਿਕਲੀ ਟੋਟਲੀ ਪਰਾਲੀ ਬੇਸਡ ਹੈ, ਤੇ ਆ ਪਰਾਲੀ ਜਿਹੜਾ ਕਿਸਾਨਾਂ ਤੋਂ ਅਸੀਂ ਪਰਚੇਜ਼ ਕਰਨੇ ਆ, ਤੇ ਆ ਪਰਾਲੀ ਨਾਲ ਦਿਨ ਰਾਤ ਜਿਹੜਾ ਇੱਥੇ ਤਕਰੀਬਨ 600 ਟਨ ਜਿਹੜੇ ਪਰਾਲੀ ਸਾਡੀ ਜਿਹੜੀ ਹੈ ਇਹ ਆ ਡੇਲੀ ਦੀ ਇਹਦੀ ਖਪਤ ਹੈ ਇਹਦੀ, ਤੇ ਜਿਹੜਾ ਇਹਦੇ ਨਾਲ ਫਾਇਦੇ ਨੇ ਸਰ। ਪੋਲਿਊਸ਼ਨ ਬਚ ਗਿਆ, ਰੋਜ਼ਗਾਰ ਮਿਲ ਗਿਆ, ਤੁਹਾਡੇ ਸਾਹਮਣੇ ਜਿਵੇਂ ਕਿਸਾਨ ਨੇ ਖੁਸ਼ ਨੇ, ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਹੈਗੀ ਜੀ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਤਾਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਜ਼ਰੂਰ ਸੋਚੇਗਾ ਕਿਸਾਨਾਂ ਦੇ ਹਿੱਤ ਧਿਆਨ ਦੇ ਵਿੱਚ ਰੱਖਦੇ ਹੋਏ, ਉਹ ਚਾਹੇ ਮੁੱਦਾ ਖਾਦ ਦਾ ਹੋਵੇ ਜਾਂ ਫਿਰ ਪਰਾਲੀ ਦਾ। ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।